बिस्मिल्लाहिर्रहमानिर्रहीम अस्सलाम वालेकुम। नाइमस टीवी मुबारक जी ਤੁਹਾਡੀ ਖਿਦਮਤ 'ਚ ਹਾਜ਼ਰ ਨਾਜ਼ਰੀਨਾਂ 'ਚ ਬਹੁਤ ਹੀ ਪਿਆਰੀ ਸ਼ਖਸੀਅਤ ਮੁਨੱਵਰ ਅਹਿਮਦ ਗਿੱਲ ਸਾਹਿਬ ਸਾਡੇ ਨਾਲ ਹੋਣਗੇ ਗੁਰਸਕਰੋ ਤੋਂ ਔਰ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਮਾਸ਼ਾਅੱਲਾ ਬੜੀ ਖਿਦਮਤ ਕਰਦੇ ਨੇ ਗਿੱਲ ਸਾਹਿਬ। मैं कि इसे लिए ਇਹਨਾਂ ਨਾਲ ਅੱਜ ਪੁੱਛਨੇ ਕੀ ਹਾਲਾਤ ਚੱਲ ਰਹੇ ਹੋਏ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ। ਚੱਲਨੇ ਜਰਮਨੀ ਗੁਰਸਕਰੋ ਜੀ। अस्सलाम वालेकुम ਗਿੱਲ ਸਾਹਿਬ। ਵਾਲੇਕੁਮ ਸਲਾਮ ਰਹਿਮਤੁਲਾਹ ਬਰਕਾਤੁ। ਗਿੱਲ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਨਾਈਨ ਵਿਜ਼ਰਸ ਟੀਵੀ ਨੂੰ ਟਾਈਮ ਦਿੱਤਾ। ਤੇ ਮੈਂ ਕਿਹਾ ਤੁਹਾਡੀ ਫੈਮਿਲੀ 'ਚ ਕਿਦੋਂ ਅਹਿਮਦੀਅਤ ਮਾਸ਼ਾਅੱਲਾ ਆਈ? ਮੇਰੇ ਵਾਲਦ ਸਾਹਿਬ 1953 ਦੇ ਹੰਗਾਮਿਆਂ ਤੋਂ ਬਾਅਦ ਫੌਰਨ ਬਾਅਦ ਉਸ ਦੇ ਦੌਰਾਨ ਅਹਿਮਦੀ ਹੋਏ ਸਨ ਮਾਸ਼ਾਅੱਲਾ। ਜਦੋਂ ਕਿ ਉਕਾੜਾ ਦੇ ਵਿੱਚ ਬਹੁਤ ਜ਼ਬਰਦਸਤ ਇਹਨਾਂ ਨੇ ਜਲੂਸ ਜਿਹੜਾ ਕੱਢੇ ਮੌਲਵੀਆਂ ਨੇ। ਤੇ ਅਸੀਂ ਉਦੋਂ 53 ਚ ਮੇਰੀ ਪੈਦਾਇਸ਼ ਤੇ 56 ਦੀ ਹੈ ਜੀ। ਤੇ ਅੱਬਾ ਜੀ ਉਦੋਂ ਪਿੰਡ ਰਹਿੰਦੇ ਸਨ ਤੇ ਮੇਰੇ ਉਦੋਂ ਜਿਹੜੇ ਤਾਇਆ ਜੀ ਅਹਿਮਦੀ ਸਨ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਘਰਾਂ ਨੂੰ ਅੱਗਾਂ ਲਾਉਂਦੇ ਨੇ ਤੇ ਇੱਕ ਸ਼ਹਾਦਤ ਵੀ ਉੱਥੇ ਹੋ ਗਈ ਸੀ ਜੀ ਉਕਾੜਾ ਚ। ਤੇ ਇਸ ਵਾਸਤੇ ਇਹ ਹੈ ਕਿ ਬੜਾ ਉੱਥੇ ਇਹਨਾਂ ਨੇ ਨਾ ਦੰਗਾ ਫਸਾਦ ਸੀ ਤੇ ਬੜਾ ਵੱਡਾ ਜਲੂਸ। ਫਿਰ ਵਾਲਦ ਸਾਹਿਬ ਇਹਨਾਂ ਦੇ ਹੈਲਪ ਵਾਸਤੇ ਆਪਣੇ ਭਾਈ ਦੇ ਵਾਸਤੇ ਜਦੋਂ ਆਏ ਤੇ ਦੇਖਿਆ ਤੇ ਉੱਥੇ ਬੜਾ ਜਿਹੜਾ ਨਾ ਸ਼ੋਰ ਸ਼ਰਾਬਾ ਤੇ ਮੌਲਵੀ ਜਲੂਸ ਲੈ ਕੇ ਆਏ ਸਨ ਜੀ। ਤੇ ਮੇਰੇ ਵਾਲਦ ਸਾਹਿਬ ਨੇ ਫਿਰ ਉਸ ਜਲੂਸ ਨੂੰ ਖੁਦਾ ਦੇ ਫਜ਼ਲ ਨਾਲ ਲੈ ਕੇ ਰੋਕਿਆ ਔਰ ਉਹ ਰੈਡ ਲਾਈਨ ਲਾ ਦਿੱਤੀ ਕਿਉਂਕਿ ਪੁਲਿਸਮੈਨ ਸਨ, ਗ੍ਰੇਟ ਬ੍ਰਿਟਨ ਪੁਲਿਸ ਰਹੇ ਸਨ ਮੇਰਾ ਭਾਈ। ਅੱਛਾ। ਤੇ ਉਹ ਇਹ ਕਿ ਇਸ ਵਜ੍ਹਾ ਤੋਂ ਉਹਨਾਂ ਕੋਲ ਹਰ ਚੀਜ਼ ਸੀ, ਆਪਣਾ ਜਿਹੜਾ ਪੁਲਿਸ ਵਾਲਿਆਂ ਕੋਲ ਹਰ ਚੀਜ਼ ਹੁੰਦੀ ਹੈ ਆਪਣੀ ਦਫਾ ਵਾਸਤੇ ਜੀ। ਤੇ ਉਹ ਉਹਨਾਂ ਨੇ ਆਪਣੇ ਸਾਡੇ ਜਿਹੜੇ ਉਦੋਂ 500 ਦੀ ਤਾਦਾਦ ਸੀ ਕੁੱਲ ਅਫਰਾਦ, ਬੱਚੇ, ਲਜਨਾ, ਮਰਦ ਅਫਰਾਦ ਜਿਤਨੇ ਵੀ ਉਕਾੜਾ ਦੇ, ਇਹ ਸਾਰੇ ਇਕੱਠੇ ਹੋ ਗਏ ਆਪਣਾ ਸ਼ੁਰਾ ਕੋਟੀ ਜਿਹੜੇ ਇੱਕ ਜਗ੍ਹਾ ਦਾ ਨਾਮ ਹੈ ਉਕਾੜੇ ਚ। ਤੇ ਉੱਥੇ ਮੁਸਤਫਾ ਪਾਰਕ ਨੂੰ ਕਹਿੰਦੇ ਤੇ ਇਹ ਪੁਰਾਣਾ ਨਾਮ ਜਿਹੜਾ ਮੈਂ ਦੱਸਿਆ, ਉੱਥੇ ਸਾਰੇ ਇਕੱਠੇ ਹੋ ਗਏ ਤੇ ਫਿਰ ਉੱਥੇ ਜਲੂਸ ਆਇਆ ਤੇ ਉਹ ਜਲੂਸ ਦੇ ਅੱਗੇ ਫਿਰ ਜਨਾਬ ਰੈਡ ਲਾਈਨ ਲਾ ਕੇ ਵਾਲਦ ਸਾਹਿਬ ਸ਼ਿਸ਼ ਲੈ ਕੇ ਤੇ ਲੇਟ ਗਏ ਤੇ ਵੀ ਨਾਰੇ ਮਾਰਨ ਦੀ ਨਾਰਾ ਤਕਬੀਰ ਤੇ ਜਲੂਸ ਵਾਲਿਆਂ ਨੂੰ ਕਹਿਣਾ ਕਿ ਉਹ ਤੇ ਉਹ ਡੀਐਸਪੀ ਕੋਈ ਸ਼ਰੀਫੁਲ ਨਫਸ ਆਦਮੀ ਉਹਨਾਂ ਜ਼ਮਾਨੇ 'ਚ ਬੜੇ ਲੋਕ ਚੰਗੇ ਹੁੰਦੇ ਸਨ। ਉਹਨੇ ਮੌਲਵੀ ਨੂੰ ਥਾਪਾ ਦੇ ਕੇ ਕਿਹਾ ਮੌਲਵੀ ਸਾਹਿਬ ਜੇ ਸ਼ਹਾਦਤ ਏਡੀ ਅੱਛੀ ਚੀਜ਼ ਹੈ ਤੇ ਤੁਸੀਂ ਆਪ ਅੱਗੇ ਹੋ ਪਹਿਲੋਂ ਦੂਜਿਆਂ ਨੂੰ। ਤੇ ਉਹ ਜਲੂਸ ਵਾਪਸ ਟੁਰ ਗਿਆ ਉਸ। ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜੇ ਅਮੀਰ ਸਾਹਿਬ ਸਨ ਚੌਧਰੀ ਗੁਲਾਮ ਕਾਦਰ ਬਾਜਵਾ ਸਾਹਿਬ ਸੁਹਾਬੀ ਸਨ, ਅਜ਼ਮ ਸਾਹਿਬ ਦੇ ਤੇ ਮੌਲਵੀ ਫਾਜ਼ਿਲ ਸਨ ਤੇ 50 ਮਰਬੇ ਜ਼ਮੀਨ ਦੇ ਮਾਲਕ ਸਨ। ਤੇ ਉਹਨਾਂ ਨੇ ਫਿਰ ਮੇਰੇ ਵਾਲਦ ਸਾਹਿਬ ਦੀ ਤਰਬੀਅਤ 15 ਦਿਨ ਪਈ ਰਹੇ। ਉਹਨਾਂ ਨੇ ਮੇਰੇ ਤਾਇਆ ਜੀ ਨੂੰ ਕਿਹਾ ਕਿ ਇਹਨਾਂ ਨੂੰ 15 ਦਿਨ ਵਾਸਤੇ ਸਾਡੇ ਕੋਲ ਹੀ ਰੱਖੋ ਤਾਂ ਕਿ ਮਸਜਿਦ ਦੀ ਹਿਫਾਜ਼ਤ ਵਾਲਦ ਸਾਹਿਬ ਨੇ ਫਿਰ ਕੀਤੀ ਅੱਲਾ ਦੇ ਫਜ਼ਲ ਨਾਲ। ਉਹਨਾਂ ਨੂੰ ਨਮਾਜ਼ਾਂ ਪੜ੍ਹਦਿਆਂ ਵੇਖਿਆ ਅਹਿਮਦੀਆਂ ਨੂੰ ਦਾਰੋ ਕਤਾਰ ਅੱਲਾ ਕੇ ਗਰਾਉਂਦਿਆਂ ਤੇ ਰੋਂਦਿਆਂ। ਤੇ ਫਿਰ ਮੇਰੇ ਬਈ ਨੇ ਵੀ ਨਮਾਜ਼ਾਂ ਸ਼ੁਰੂ ਕੀਤੀਆਂ ਤੇ ਉੱਥੇ ਫਿਰ ਨਮਾਜ਼ਾਂ ਜਦੋਂ ਸ਼ੁਰੂ ਕੀਤੀਆਂ ਤੇ ਰਾਤ ਜਦੋਂ ख्वाबां ਅੱਲਾਹ ਤਾਲਾ ਨੇ ਦੱਸੀਆਂ ਤੇ ਉਹ ख्वाबां ਦੇ ਵਿੱਚ ਫਿਰ ਨਜ਼ਰ ਆਇਆ ਕਿ ਛੋਟੀਆਂ ਮਸਜਿਦਾਂ ਨੇ ਤੇ ਬੜੀਆਂ ਖੂਬਸੂਰਤ ਨੇ ਤੇ ਇੱਕ ਵੱਡੀਆਂ ਮਸਜਿਦਾਂ ਨੇ ਤੇ ਬੜੇ ਦੁਨੀਆ ਬੜੀ ਤੇ ਸ਼ੋਰ ਸ਼ਰਾਬਾ। ਉਹ ਦੇਖਿਆ ਤੇ ਉਹਨਾਂ ਨੇ ਆਪਣਾ ਚੌਧਰੀ ਗੁਲਾਮ ਕਾਦਰ ਬਾਜਵਾ ਸਾਹਿਬ ਬੜੇ ਆਲਮ ਸਨ, ਮੌਲਵੀ ਫਾਜ਼ਿਲ ਵੀ ਸਨ। ਉਹਨਾਂ ਨੂੰ ख्वाब ਸੁਣਾਈ ਤੇ ਉਹਨਾਂ ਨੇ ਫਿਰ ਤਾਬੀਰ ਕੀਤੀ ਕਿ ਜਿਹੜੀਆਂ ਛੋਟੀਆਂ ਮਸਜਿਦਾਂ ਨੇ ਇਹ ਦੱਸ ਰਹੇ ਨੇ ਕਿ ਜਿਸ ਤਰ੍ਹਾਂ ਅਸੀਂ ਅਹਿਮਦੀ ਹਾਂ ਤੇ ਤਕਲੀਫ ਚ ਵੀ ਨੇ ਲੇਕਿਨ ਖੂਬਸੂਰਤੀ ਹੈ ਉਹਦੇ ਵਿੱਚ ਇਮਾਨ ਦੀ। ਅੱਲਾਹ ਤਾਲਾ ਜਿਹੜਾ ਤੁਸੀਂ ਦੇਖ ਕੇ ਤੇ ਤੁਸੀਂ ਵੀ ਨਮਾਜ਼ਾਂ ਸ਼ੁਰੂ ਕੀਤੀਆਂ ਤੇ ਅੱਲਾਹ ਤਾਲਾ ਨੇ ਤੁਹਾਨੂੰ ਰਾਹ ਨਮਾਈ ਤੁਹਾਡੀ ਕਰ ਰਿਹਾ ਖੁਦਾ। ਤੇ ਫਿਰ ਅੱਬਾ ਜੀ ਨੇ ਫਿਰ ਉਸ ਵੇਲੇ ਇਹ ਹੈ ਕਿ 15 ਦਿਨ ਤੋਂ ਬਾਅਦ ਬੈਤ ਕੀਤੀ ਔਰ ਫਿਰ ਬੈਤ ਕਰਕੇ ਤੇ ਅਹਿਮਦੀਅਤ ਚ ਦਾਖਲ ਹੋਏ ਔਰ ਫਿਰ ਉੱਥੇ ਅਜ਼ਾਨ ਬੰਦ ਹੋ ਚੁੱਕੀ ਸੀ। ਅਜ਼ਾਨ ਫਿਰ ਵਾਲਦ ਸਾਹਿਬ ਨੇ ਅਜ਼ਾਨ ਸਪੀਕਰ ਖੋਲ ਕੇ ਤੇ ਅਜ਼ਾਨ ਦਿੱਤੀ। ਉਹ ਇਸ ਵਾਸਤੇ ਅਜ਼ਾਨ ਇਹਨਾਂ ਨੇ ਬੰਦ ਕਰ ਦਿੱਤੀ ਸੀ ਕਿ ਇੱਕ ਅਹਿਮਦੀ ਵੀ ਸ਼ਹੀਦ ਹੋ ਗਿਆ ਤੇ ਇੱਕ ਦਬਦਬਾ ਜਿਵੇਂ ਉੱਥੇ ਇਮਾਮਬਾੜਾ ਵੀ ਸ਼ੀਆਂ ਦਾ ਤੇ ਨਾਲ ਹੀ ਉਸੇ ਗਲੀ 'ਚ ਇਮਾਮਬਾੜਾ ਵਾ, ਨਾਲ ਨੁੱਕਰ ਤੇ ਸਾਡੀ ਮਸਜਿਦ ਹੈ ਸੁਨੀਆਂ ਦੀ ਮਸਜਿਦ, ਹੋਰ ਹਦੀਸਾਂ ਦੀ ਮਸਜਿਦ, 4-5 ਨੇੜੇ ਨੇੜੇ ਨੇ। ਤੇ ਉਹਨਾਂ ਨੇ ਜਨਾਬ ਜਦੋਂ ਅੱਬਾ ਜੀ ਨੇ ਅਜ਼ਾਨ ਦਿੱਤੀ ਚੌਧਰੀ ਸਾਹਿਬ ਨੇ ਕਿਹਾ ਕਿ ਤੁਸੀਂ ਅਜ਼ਾਨ ਦਿੱਤੀ ਤੇ ਕੋਈ ਅੱਬਾ ਜੀ ਨੇ ਕਿਹਾ ਮੈਂ ਜ਼ਿੰਮੇਵਾਰ ਹਾਂ। ਉਹ ਫਿਰ ਕਿਉਂਕਿ ਅਸੀਂ ਗੈਰ ਕਲਮਾ ਕੋਈ ਨਹੀਂ ਅਜ਼ਾਨ ਚ ਕਿਹਾ, ਖੁਦਾ ਦੇ ਫਜ਼ਲ ਨਾਲ ਅਸੀਂ ਅਜ਼ਾਨ ਉਹੀ ਦਿੰਦੇ ਜਿਹੜੇ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਤੋਂ ਚੱਲੀ ਆ ਰਹੀ ਹੈ। ਤੇ ਉਹ ਜਦੋਂ ਅਜ਼ਾਨ ਦੇ ਅਲਫਾਜ਼ ਕਹੇ ਤੇ ਮੌਲਵੀ ਸਾਰੇ ਗਏ ਜਨਾਬ ਚੌਕੀ ਨੰਬਰ 2 ਨਜ਼ਦੀਕ ਹੀ ਉੱਥੇ ਗਏ ਤੇ ਉੱਥੋਂ ਸਿਪਾਹੀ ਆ ਗਿਆ ਅਮੀਰ ਸਾਹਿਬ ਦੇ ਕੋਲ
ਉਹਨੇ ਆ ਕੇ ਕਿਹਾ ਜੀ ਤੁਸੀਂ ਅਜ਼ਾਨ ਦਿੱਤੀ ਹੈ ਤੇ ਮੌਲਵੀ ਸਾਡੇ ਕੋਲ ਗਏ ਨੇ ਤੇ ਵਾਲਦ ਸਾਹਿਬ ਕਿਉਂਕਿ ਪੁਲਿਸਮੈਨ ਸਨ, ਐਸਆਈ ਸਨ, ਉਹਨਾਂ ਨੂੰ ਪਤਾ ਸੀ। ਅੱਬੇ ਨੇ ਕਿਹਾ ਕਿ ਹੁਕਮਨਾਮਾ ਤਲਵੀ ਲਿਆਇਆ ਕੋਈ ਤੂੰ ਜਿਹੜਾ ਸਾਨੂੰ ਬੁਲਾਉਣ ਵਾਸਤੇ ਤੈਨੂੰ ਆ ਗਿਆ ਵਾ ਤੂੰ, ਤੇ ਅਸੀਂ ਅਜ਼ਾਨ 'ਚ ਕਿਹੜਾ ਗੈਰ ਕਲਮਾ ਕਿਹਾ ਜਿਹੜੀ ਇਹਨਾਂ ਮੌਲਵੀਆਂ ਨੂੰ ਤਕਲੀਫ ਹੋਈ ਹੈ। ਤੇ ਉਹ ਜਦੋਂ ਉਹਨਾਂ ਨੂੰ ਕਿਹਾ ਨਾ ਹੁਕਮਨਾਮਾ ਤਲਵੀ ਤੋਂ ਨੇ ਕਿਹਾ ਕਿ ਸਾਡੇ ਮਹਿਕਮੇ ਦਾ ਬੰਦਾ, ਉਹਨੇ ਜਨਾਬ ਜਾ ਕੇ ਥਾਣੇਦਾਰ ਨੂੰ ਦੱਸਿਆ ਵੀ ਉੱਥੇ ਤੇ ਐਸਾ ਹੈ ਗੱਲ ਹੋਈ ਹੈ। ਥਾਣੇਦਾਰ ਸਕੂਟਰ ਤੇ ਬੈਠਾ ਤੇ ਆ ਗਿਆ। ਉਹਨੇ ਆ ਕੇ ਪੁੱਛਿਆ ਤੇ ਵਾਲਦ ਸਾਹਿਬ ਨੇ ਕਿਹਾ ਵੀ ਅਸੀਂ ਦੇਖੋ ਅਜ਼ਾਨ ਦਿੱਤੀ, ਜਿਹੜੀ ਅਜ਼ਾਨ ਇਹ ਦਿੰਦੇ ਨੇ ਸੁਨੀਆਂ ਦੀ ਅਜ਼ਾਨ ਉਹ ਹੈ, ਸਾਡੀ ਉਹ ਹੈ, ਬਲਕਿ ਸ਼ੀਆਂ ਦੀ ਅਜ਼ਾਨ ਜਿਹੜੀ ਨਾ ਉਹਦੇ 'ਚ ਤੁਸੀਂ ਦੇਖੋ ਫਰਕ ਹੈ ਜਾਂ ਕੋਈ ਅਲਫਾਜ਼ ਹੈ, ਲੇਕਿਨ ਸਾਡੀ ਤੇ ਉਹੀ ਅਜ਼ਾਨ ਜਿਹੜੀ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਤੋਂ ਚੱਲਦੀ ਆ ਰਹੀ ਅਸੀਂ ਉਹੀ ਦਿੱਤੀ ਹੈ। ਤੇ ਅਗਰ ਕੋਈ ਇਹਨਾਂ ਨੂੰ ਤਕਲੀਫ ਪਹੁੰਚੀ, ਕਿਹੜੇ ਲਫ਼ਜ਼ ਨਾਲ ਤਕਲੀਫ ਪਹੁੰਚੀ ਤੇ ਤਾਂ ਕਿ ਦੱਸਣ ਆ ਕੇ। ਉਹਨਾਂ ਨੂੰ ਇਹਨਾਂ ਵਾਲਦ ਸਾਹਿਬ ਨੇ ਕਿਹਾ ਕਿ ਤੂੰ ਸਾਡਾ ਕੇਸ ਰੈਫਰ ਕਰ ਦੇ ਅੱਗੇ DSP, ਉਦੋਂ ਮਿੰਟ ਕੁੰਡੀ ਜ਼ਿਲ੍ਹਾ ਹੁੰਦਾ ਸੀ ਇਹ ਜਿਹੜਾ ਜ਼ਿਲ੍ਹਾ ਸੀ ਨਾ ਸਾਹੀਵਾਲ ਬਾਅਦ 'ਚ ਬਣਿਆ ਜਦੋਂ ਜਨਰਲ ਮੂਸਾ ਖਾਂ ਤੇ ਆਪਣਾ ਯਾਸੀਨ ਭੱਟੂ ਸੀ ਮਹਿਕਮਾ ਤਾਲੀਮ, ਇਹ ਆਏ ਸਨ ਤੇ ਇਹਨਾਂ ਨੇ ਉਦੋਂ ਮੈਂ ਉਦੋਂ 5ਵੀਂ 4ਥੀ 'ਚ ਪੜ੍ਹਦਾ ਸਾਂ, ਇਹਨਾਂ ਨੇ ਇਹਦਾ ਨਾਮ ਚੇਂਜ ਕੀਤਾ, ਸਾਹੀਵਾਲ ਬਣਾਇਆ ਮਿੰਟ ਕੁੰਡੀ ਦਾ। ਉਹ ਮਿੰਟ ਕੁੰਡੀ ਭੇਜਤਾ ਕੇਸ ਤੇ DSP ਸ਼ਰੀਫੁੱਲਾ ਸਾਹਿਬ ਨੇ ਜੋ ਆਇਆ, ਉਹਨੇ ਜਨਾਬ ਸਾਰੇ ਮੌਲਵੀ ਇਕੱਠੇ ਕੀਤੇ, ਚੌਕ ਦੇ ਵਿੱਚ ਖੁੱਲੀ ਕਚਹਿਰੀ ਲਾਈ ਤੇ ਸਾਰਿਆਂ ਕੋਲ ਅਜ਼ਾਨ ਸੁਣੀ, ਸ਼ੀਆਂ ਦੀ ਵੀ ਸੁਣੀ, ਸੁਨੀਆਂ ਦੀ ਵੀ ਸੁਣੀ, ਭਾਬੀਆਂ ਦੀ ਵੀ ਸੁਣੀ। ਮੇਰੇ ਵਾਲਦ ਸਾਹਿਬ ਨੇ ਅਜ਼ਾਨ ਦਿੱਤੀ ਤੇ ਉਹਨੇ ਕਿਹਾ ਜੀ ਦੱਸੋ ਰਹਿਮਤ ਅਲੀ ਨੇ ਕੋਈ ਗਲਤ ਕਲਮਾ ਇਹਦੇ 'ਚ ਕਿਹੜਾ ਕਿਹਾ ਜਿਹੜਾ ਜਿਹਦੇ ਨਾਲ ਤੁਹਾਨੂੰ ਤਕਲੀਫ ਹੋਈ? ਕਹਿੰਦੇ ਜੀ ਕੋਈ ਨਹੀਂ, ਸਾਡੇ ਨਾਲ ਦੀ ਅਜ਼ਾਨ ਵੀ। ਉਹਨੇ ਕਿਹਾ ਅਜ਼ਾਨ ਅੱਜ ਤੋਂ ਬਾਅਦ ਬੰਦ ਨਹੀਂ ਹੋਏਗੀ ਤੇ ਅਜ਼ਾਨ ਫਿਰ ਖੁਦਾ ਦੇ ਫਜ਼ਲ ਨਾਲ ਗੂੰਜਦੀ ਰਹੀ ਜਿੰਨਾ ਚਿਰ ਇਹ ਕਿ ਜ਼ਿਆਉਲ ਹਕ ਦਾ ਆਇਆ ਕਾਨੂੰਨ। ਉਦੋਂ ਵੀ ਵਾਲਦ ਸਾਹਿਬ ਜ਼ਿੰਦਾ ਸਨ ਜਦੋਂ ਜ਼ਿਆਉਲ ਹਕ ਨੇ ਕਾਨੂੰਨ ਲਿਆਂਦਾ। ਮੇਰੇ ਵਾਲਦ ਸਾਹਿਬ 2003 'ਚ ਫੌਤ ਹੋਏ ਨੇ। ਅੱਛਾ। ਔਰ ਬਿਜਲੀ ਮਕਬਰੇ 'ਚ ਤਦਫੀਨ ਹੋਈ ਹੈ ਰੱਬਾ 'ਚ। ਤੇ ਆਪਣਾ ਇਹਨਾਂ ਨੇ ਉਦੋਂ ਵੀ ਕਿਹਾ ਕਿ ਹਜ਼ੂਰ ਅਗਰ ਸਾਨੂੰ ਕਹਿ ਦੇਣਗੇ ਤੇ ਮੈਂ ਅਜ਼ਾਨ ਜਿਹੜੀ ਨਾ ਬੰਦ ਕਰਾਂਗਾ ਜਿੰਨਾ ਚਿਰ ਮੇਰੇ ਖਲੀਫਾ ਨੂੰ ਹੁਕਮ ਦੇਣਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਤੇ ਇਹ ਹੈ ਕਿ ਮੇਰੇ ਵਾਲਦ ਸਾਹਿਬ ਤੇ ਇਸ ਤਰ੍ਹਾਂ ਦੇ ਅਹਿਮਦੀ ਸਨ, ਖੁਦਾ ਦੇ ਫਜ਼ਲ ਨਾਲ ਉਹਨਾਂ ਨੇ ਬੜੀਆਂ ਬੈਠਕਾਂ ਕਰਾਈਆਂ, ਬਕਾਇਦਾ ਮੁਨਾਜ਼ਰੇ ਹੁੰਦੇ ਸਨ। ਔਰ ਇੱਕ ਜਾਂਦੇ ਜਾਂਦੇ ਤੁਹਾਨੂੰ ਤਬਲੀਗ ਦਾ ਉਹਨਾਂ ਦਾ ਵਾਕਿਆ ਸੁਣਾ ਦੇਵਾਂ। ਇੱਕ ਜਾਂਦੇ ਜਾਂਦੇ ਕਿ ਵਾਲਦ ਸਾਹਿਬ ਦੇ ਥਰੂ ਹੋਏ ਸਨ ਅਹਿਮਦੀ, ਇੱਕ ਸਨ ਆਪਣਾ ਮਹਿਮੂਦ ਅਹਿਮਦ ਸਿਆਲ, ਇਹ GTS ਦੇ ਮੈਨੇਜਰ ਹੁੰਦੇ ਸਨ। ਇਹ ਹੋਏ ਸਨ ਅਹਿਮਦੀ, 2 ਸਾਲ ਜ਼ੇਰੇ ਤਬਲੀਗ ਰਹੇ ਤੇ ਖੁਦਾ ਦੇ ਫਜ਼ਲ ਨਾਲ ਫਿਰ ਇਹ ਹੈ ਕਿ ਉਹ ਅਹਿਮਦੀ ਹੋਏ। ਤੇ ਬਲਕਿ ਜਦੋਂ ਨਮਾਜ਼ ਪੜ੍ਹ ਰਹੇ ਸਨ ਤੇ ਨਮਾਜ਼ ਪੜ੍ਹਦਿਆਂ ਇਸ ਤਰ੍ਹਾਂ ਆਦਮੀ ਜਿਵੇਂ ਹਿਚਕਿਚੀ ਗਿੜਗੜਾਉਂਦਾ ਤੇ ਚੀਖਦਾ ਤੇ 4 ਚਫੇਰੇ ਜਿਹੜੇ ਉਸ ਲਾਰੀ ਅੱਡਾ ਸੀ GTS ਦਾ, ਲੋਕ ਔਰਤਾਂ ਬੱਚੇ ਸਾਰੇ ਦੇਖਣ ਲੱਗ ਪਏ ਵੀ ਇਹ ਬੰਦੇ ਨੂੰ ਕੀ ਹੋਇਆ ਨਮਾਜ਼ ਪੜ੍ਹਦਿਆਂ, ਜਿਹੜਾ ਜ਼ੇਰੇ ਤਬਲੀਗ ਸੀ ਉਹ। ਤੇ ਉਹਨੂੰ ਜਦੋਂ ਸਲਾਮ ਫੇਰਿਆ ਤੇ ਉਦੋਂ ਉਹਨੂੰ ਪੁੱਛਿਆ ਭਾਈ ਤੈਨੂੰ ਕੀ ਗੱਲ, ਤੂੰ ਇਸ ਤਰ੍ਹਾਂ ਨਮਾਜ਼ ਪੜ੍ਹਦਿਆਂ ਕਿਉਂ ਚੀਖੋ ਪੁਕਾਰ ਕਰ ਰਹੇ ਹੋ? ਕਹਿੰਦੇ ਕਿ ਮੈਨੂੰ ਕਬਰ ਦੀਆਂ ਮੱਖੀਆਂ ਜਿਹੜੀਆਂ ਨਾ ਉਹ ਲੜਦੀਆਂ ਨੇ, ਮੈਂ ਜਦੋਂ ਨਮਾਜ਼ ਖਤਮ ਕਰਨਾ ਵਾ ਤੇ ਮੈਂ ਦੁਬਾਰਾ ਤਾਂ ਨਹੀਂ ਦਿੰਦਾ ਕਿ ਮੈਨੂੰ ਸਕੂਨ ਮਿਲਦਾ ਕਿ ਮੈਂ ਇਸ ਤਰ੍ਹਾਂ ਜਿਸ ਬੰਦੇ ਨੂੰ ਤਬਲੀਗ ਕਰਦਾ ਫਿਰ ਉਹਦੇ ਵਾਸਤੇ ਦੁਆ ਕਰੋ, ਫਿਰ ਖੁਦਾ ਨੇ ਐਸਾ ਲਿੰਕਸ ਫਿਰ ਐਸਾ ਤਲਕ ਪੈਦਾ ਕਰੋ ਕਿ ਕੋਈ ਤੁਹਾਨੂੰ ਜਿਹੜਾ ਉਹ ਦੇਖੇ ਤੇ ਕਬੇ ਪੇ ਵਾਕਈ ਇੱਕ ਨਮੂਨਾ ਇੱਕ ਅਹਿਮਦੀ ਜਿਹੜਾ ਨਾ ਅਹਿਮਦੀਅਤ ਇੱਕ ਐਸੀ ਚੀਜ਼ ਹੈ ਤੇ ਖੁਦਾ ਤਾਲਾ ਨੇ ਐਸਾ ਬੇਪਨਾਹ ਇਨਾਮ ਦਿੱਤੇ ਨੇ ਤੇ ਸਭ ਤੋਂ ਵੱਡਾ ਇਨਾਮ ਇਹਦੀ ਵਜ੍ਹਾ ਨਾਲ ਬਾਕੀ ਸਾਰੀ ਜ਼ਿੰਦਗੀ ਤੇ ਜਿਹੜੇ ਅਸੂਲ ਨੇ ਬੰਦੇ ਨੂੰ ਮਿਲਦੇ ਨੇ। ਤੇ ਇਹ ਹੈ ਕਿ ਦੁਨੀਆ ਤੇ ਦੇਖੋ ਕਿੱਧਰ ਤੇ ਕਿੱਧਰ। ਮੈਂ 2-1 ਦਿਨ ਪਹਿਲੇ ਇੱਕ ਵਾਕਿਆ ਹੋਰ ਤੁਹਾਨੂੰ ਰਿਪੋਰਟ ਕਰਦਾ ਜਾਵਾਂ। ਅਰਬੀ ਨੇ ਫਲਸਤੀਨ ਦੇ ਜਿਹੜੇ ਅਮੀਰ ਨੇ ਉਹਨਾਂ ਨੇ ਦੱਸਿਆ ਸਾਰਾ ਕੁਰਾਨ ਕਰੀਮ ਦਾ ਪੂਰਾ ਇੱਕ ਨਬੀ ਦਾ ਵਾਕਿਆ, ਉਹਨਾਂ ਹਜ਼ਰਤ ਮੂਸਾ ਦਾ, ਈਸਾ ਦਾ, ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ, ਇਹ ਜੋ ਕਰਦੇ ਪਏ ਨੇ ਸਾਡੇ ਨਾਲ ਹਜ਼ਰਤ ਮਸੀਹ ਮਸੀਹ ਦੇ ਆਉਣ ਤੋਂ ਬਾਅਦ ਜੋ ਅਹਿਮੀਆਂ ਨੂੰ ਤਕਲੀਫਾਂ ਦਿੱਤੀਆਂ ਜਿਵੇਂ ਕਿ ਉਹ ਹੀ ਤਕਲੀਫਾਂ ਨਹੀਂ ਜਿਹੜੀਆਂ ਮਦੀਨੇ ਦੇ ਵਿੱਚ ਜਾਂ ਮੱਕੇ ਦੇ ਵਿੱਚ ਦਿੰਦੇ ਸਨ ਕੁਫਾਰ ਮੱਕਾ। ਜੀ ਬਿਲਕੁਲ। ਉਹਨਾਂ ਦਾ ਅੰਜਾਮ ਕੀ ਹੋਇਆ? ਤੇ ਫਿਰ ਇਸੇ ਤਰ੍ਹਾਂ ਤੁਸੀਂ ਦੇਖ ਲਓ 73 ਦੇ ਵਿੱਚ ਇਹਨਾਂ ਨੇ ਸਾਡੇ ਨਾਲ ਜੋੜਿਆ ਜੋ ਜ਼ੁਲਮ ਕੀਤਾ, ਇੰਤਹਾਈ ਕੀਤੀ। ਉਸ ਤੋਂ ਬਾਅਦ ਇਹੋ ਹੀ ਮੁਲਕ ਕਿੰਨੀ ਤਰੱਕੀ ਕਰ ਰਿਹਾ ਸੀ ਤੇ ਕਿੱਧਰ ਕਿਹੜੀਆਂ ਰਾਹਾਂ ਤੇ ਤੁਰ ਪਿਆ। ਹੁਣ ਮੈਂ ਦੇਖਣਾ ਵਾ ਇਹਦਾ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਇੱਕ ਮੌਲਵੀ ਸੀ, ਨਾਮ ਹੀ ਹੁੰਦਾ ਜੇ ਕਹੋ ਇਜਾਜ਼ਤ ਦਿਓ ਤੇ ਮੈਂ ਕਹਿ ਦਿੱਤਾ ਪਿੰਨੀ। ਮੈਂ ਚਾਹੁੰਦਾ ਕਿ ਇਹਨਾਂ ਨੂੰ ਖੁਦਾ ਹੀ ਜਿਹੜਾ ਪੁੱਛੇਗਾ ਕਿ ਉਹ ਕਹਿ ਰਿਹਾ ਜੀ ਆਪਣਾ ਜਿਹੜਾ ਗਾਜ਼ੀ ਖਾਨ ਚ ਜਿਹੜਾ ਨਾ ਕੁਰਾਨ ਕਰੀਮ ਇਸ ਤਰ੍ਹਾਂ ਕਿਸੇ ਅਹਿਮਦੀ ਦਾ ਨਾਮ ਲੈ ਕੇ ਤੇ ਦੱਸਣ ਦਿਆ ਵਾ ਕਿੱਡਾ ਜ਼ੁਲਮ ਹੈ, ਕਿੱਡਾ ਝੂਠ। ਕੋਈ ਅਹਿਮਦੀ ਕਦੀ ਕੁਰਾਨ ਕਰੀਮ ਦੇ ਜਿੰਨਾ ਇਤਰਾਮ ਅਹਿਮਦੀ ਕਰਦਾ ਮੇਰੇ ਖਿਆਲ ਕੋਈ ਦੁਨੀਆ ਦੇ ਐਸੇ ਮੁਸਲਮਾਨ ਇਸ ਵੇਲੇ ਦੇਖੋ ਕਿ ਕਿਸੇ ਨੂੰ ਤੌਫੀਕ ਨਹੀਂ ਮਿਲੀ ਕਿ 100 ਜ਼ਬਾਨਾਂ ਚ ਕੁਰਾਨ ਕਰੀਮ ਦਾ ਤਰਜਮਾ ਕੀਤਾ
ਜਮਾਤਾਂ ਦੀ ਹੁਣ ਤੌਫੀਕ ਮਿਲੀ। ਇੱਕ ਗਰੀਬ ਆਪਣੇ ਪੈਸੇ ਨਾਲ, ਅਸੀਂ ਚੰਦੇ ਦੇ ਨਾਲ ਖੁਦਾ ਦੇ ਫਜ਼ਲ ਨਾਲ ਜਿਹੜਾ ਚੱਲਦਾ ਪਿਆ ਸਾਡਾ ਨਿਜ਼ਾਮ, ਖੁਦਾ ਨੇ ਜਿਹੜੀ ਤੌਫੀਕ ਦਿੱਤੀ ਹੈ ਉਹਦੇ ਨਾਲ ਦੇਖੋ ਬੜੀਆਂ ਬੜੀਆਂ ਹੁਕੂਮਤਾਂ ਨੂੰ ਇਹ ਚੀਜ਼ਾਂ ਦੀ ਨਸੀਬ ਹੋਈਆਂ ਕਿ ਕੁਰਾਨ ਕਰੀਮ ਦਾ 100 ਜ਼ਬਾਨ ਤੋਂ ਜ਼ਿਆਦਾ ਤਰਜਮਾ ਕਰਾਉਣ ਜੀ ਲਈ ਗਿੱਲ ਸਾਹਿਬ ਜਿਨ੍ਹਾਂ ਮੁਲਕਾਂ 'ਚ। ਜੀ ਜਜ਼ਾਕੱਲਾ, ਜ਼ਬਰਦਸਤ ਤਰੀਕੇ ਨਾਲ ਤੁਸੀਂ ਦੱਸਿਆ। ਤੁਹਾਡਾ ਇੱਕ ਹਿੱਸਾ ਹੋਰ ਕਰਨੇ ਆ ਜਿਹਦੇ ਤੁਹਾਨੂੰ ਪੁੱਛਣੇ ਆ ਬਾਕੀ ਦੀ ਗੱਲਬਾਤ। ਨਾਜ਼ਰੀਨ, ਇਹ ਪਾਰਟ 1 ਨੇ। ਪਾਰਟ 2 ਦੇ ਵਿੱਚ ਦੁਬਾਰਾ ਗਿੱਲ ਸਾਹਿਬ ਨੂੰ ਮਿਲਣੇ ਆ। ਜੁੜੇ ਰਹੋ 9 ਬ੍ਰਦਰਜ਼ TV ਦੇ ਨਾਲ। ਸਬਸਕ੍ਰਾਈਬ ਕਰਨਾ ਨਾ ਭੁੱਲਣਾ।